ਬੱਚਿਆਂ ਦੇ ਸਿਰਾਂ ਦੀ ਛੱਤ, ਤਿੱਖੜ ਦੁਪਹਿਰਾਂ ਵਿੱਚ ਠੰਡੜੀ ਛਾਂ, ਬਾਪ ਸਾਡੀ ਹੋਂਦ ਦਾ ਸਬਬ, ਸਾਡੀ ਮੁੱਢਲੀ ਪਛਾਣ ਦਾ ਕੇਂਦਰ ਬਿੰਦੂ, ਸਾਡੇ ਲਈ ਸੁੱਖ ਸੁਵਿਧਾਵਾਂ ਦੀ ਪ੍ਰਾਪਤੀ ਦਾ ਮੂਲ ਸਰੋਤ ਅਤੇ ਸਾਡੇ ਲਈ ਕਾਲੀਆਂ ਕਾਲੜਾਵਾਂ ਦੀ ਜਗਦੀ ਜੋਤ। ਇੱਕ ਬਾਪ ਯਾਨੀ ਕਿ ਇੱਕ ਪਿਤਾ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਚਾਹੇ ਆਪਣੇ ਸੁਪਨੇ ਮਾਰ ਲਵੇ ਪਰ ਆਪਣੇ ਬੱਚੇ ਦਾ, ਆਪਣੀ ਔਲਾਦ ਦਾ ਹਰ ਸੁਪਨਾ ਪੂਰਾ ਕਰੇ। ਪਰ ਕਿੱਡਾ ਮਜਬੂਰ ਹੋਣਾ ਹੈ ਬਾਪ, ਜਿਹੜਾ ਕਿ ਨਾ ਸਿਰਫ ਚਾਰ ਦੀਵਾਰੀ ਦਾ ਮਥਾਜ ਹੈ ਬਲਕਿ ਉੱਠਣ ਦੇ ਲਈ ਵੀ ਉਸ ਨੂੰ ਆਪਣੇ ਬੱਚਿਆਂ ਦਾ ਸਹਾਰਾ ਲੈਣਾ ਪੈਂਦਾ ਹੈ। मेरी बेटी मेरी बेटा है, मैं कह नहीं सकता। इनकी मैं जितनी भी प्रशंसा करूं कम है। ऐसी बेटी भगवान सब मेरे फादर की किडनी डैमेज हुई है दोनों ही, तो ट्रांसप्लांट ਲਈ ਕਿਹਾ ਡਾਕਟਰ ਨੇ। ਇਸ ਕਰਕੇ ਮੈਂ ਆਪਣੇ ਫਾਦਰ ਨੂੰ ਆਪਣੀ ਇੱਕ ਕਿਡਨੀ ਡੋਨੇਟ ਕਰ ਰਹੀ ਹਾਂ। ਇਸ ਵੀਡੀਓ ਦੇ ਵਿੱਚ ਜਿਸ ਬਾਪ ਦੀ ਤਸਵੀਰ ਤੁਸੀਂ ਦੇਖ ਰਹੇ ਹੋ, ਇਸ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਚੁੱਕੀਆਂ ਨੇ। ਜ਼ਿੰਦਗੀ ਜਿਉਣ ਦੇ ਲਈ ਇਸ ਨੂੰ ਇੱਕ ਕਿਡਨੀ ਦੀ ਲੋੜ ਹੈ ਤੇ ਇਹ ਕਿਡਨੀ ਦੇ ਰਹੀ ਹੈ ਉਸ ਦੀ ਆਪਣੀ ਹੀ ਧੀ। ਹਾਲਾਂਕਿ ਉਸ ਦੀ ਧੀ ਦੀ ਉਮਰ ਅਜੇ ਬਹੁਤ ਛੋਟੀ ਹੈ, ਪਰ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਬਾਪ ਨੂੰ ਤੜਫਦੇ ਹੋਏ, ਮਰਦੇ ਹੋਏ ਨਹੀਂ ਦੇਖ ਸਕਦੀ। ਛੋਟੀ ਉਮਰ ਹੈ ਤੁਹਾਡੀ, ਹੈ ਨਾ, ਹਾਲੇ ਪੂਰੀ ਜ਼ਿੰਦਗੀ ਪਈ ਹੈ। ਮਾਂ-ਬਾਪ ਨੂੰ ਤਾਂ ਵੈਸੇ ਧੀਆਂ ਦੇ ਵਿਆਹ ਦੀ ਬਹੁਤ ਚਿੰਤਾ ਹੁੰਦੀ ਹੈ, ਤੁਹਾਡਾ ਵਿਆਹ ਵੀ ਹੋਣਾ ਕੱਲ੍ਹ ਨੂੰ, ਤੇ ਇਹ ਇੰਨਾ ਵੱਡਾ ਡਿਸੀਜਨ ਤੁਸੀਂ ਕਿਵੇਂ ਲਿਆ? ਪਾਪਾ ਬਹੁਤ ਪਰੇਸ਼ਾਨ ਆ, ਮੈਨੂੰ ਦੇਖ ਕੇ ਵੀ ਹੁੰਦਾ ਆ, ਤੁਰ ਫਿਰ ਨਹੀਂ ਸਕਦੇ, ਫੀਲ ਤਾਂ ਹੁੰਦਾ ਹੀ ਹੈ। 1 ਸਾਲ ਹੋ ਗਿਆ ਬਿਸਤਰ 'ਚ, ਤਾਂ ਕਰਕੇ। ਹਫਤੇ ਦੇ ਵਿੱਚ 3 ਵਾਰ ਇਹਨਾਂ ਦੇ ਡਾਇਲਿਸਿਸ ਹੁੰਦੇ ਨੇ, ਤੇ ਜੇ ਤੁਸੀਂ ਕਹਿ ਰਹੇ ਹੋ ਕਿ ਕਮਾਉਣ ਵਾਲਾ ਹੀ ਬਿਸਤਰ ਤੇ ਪੈ ਗਿਆ, ਇਹ ਡਾਇਲਿਸਿਸ ਦਾ ਖਰਚਾ, ਦਵਾਈਆਂ ਦਾ ਖਰਚਾ ਜਾਂ ਜਿਹੜੇ ਇੰਜੈਕਸ਼ਨਸ ਲੱਗਦੇ ਨੇ, ਉਹ ਖਰਚਾ ਕਿੱਥੋਂ ਪੂਰਾ ਹੁੰਦਾ? ਅਸੀਂ ਮੰਗੇ ਆ ਲੋਕਾਂ ਤੋਂ ਪੈਸੇ। ਤੁਹਾਡੀ ਹਲੇ ਪੜ੍ਹਾਈ ਪਈ ਹੈ ਨਾ? BA ਫਸਟ ਈਅਰ 'ਚ? ਸੈਕਿੰਡ ਈਅਰ 'ਚ। ਫਾਈਨਲ ਕਰਨੀ ਹੈ, ਐਗਜ਼ਾਮਸ ਆਣੇ ਨੇ, ਮਾਸਟਰਸ ਕਰਨੀ ਹੈ, ਕੁਝ ਬਣੋਗੇ, ਹੈ ਨਾ? ਪੜ੍ਹ ਲਿਖ ਕੇ ਕੀ ਬਣਨਾ ਚਾਹੁੰਦੇ ਹੋ? ਮੈਂ ਲਾਇਰ। 3 ਜਨਵਰੀ ਤੋਂ ਲੈ ਕੇ ਦਸੰਬਰ ਖਤਮ ਹੋਣ ਵਾਲੀ ਹੈ, ਹਲੇ ਤੱਕ ਬੈਠਦੇ ਹੀ ਨੇ। ਹਾਂਜੀ, ਸਭ ਇੰਨਾ ਟਾਈਮ ਨਿਕਲ ਗਿਆ, ਤੁਰ ਫਿਰ ਨਹੀਂ ਸਕਦੇ ਬਿਲਕੁਲ ਵੀ। ਚੱਕ ਕੇ ਲੈ ਕੇ ਜਾਂਦੇ ਆਪਾਂ ਪਾਪਾ ਨੂੰ। ਕੌਣ ਚੱਕ ਕੇ ਲੈ ਕੇ ਜਾਂਦਾ? ਮੈਂ ਤੇ ਮੇਰੀ ਸਿਸਟਰ। आपने इसको मना नहीं किया था कि तू किडनी? मैंने तो आज भी मना किया, बेटा मैंने जिंदगी जी के करना क्या, पर बेटी मानती नहीं है। ਕੀ एहसास करते हो उस वेले, की मन ਦੇ ਵਿੱਚ ਆਉਂਦਾ ਜਦੋਂ ਬੱਚੀਆਂ ਚੁੱਕ ਕੇ ਲੈ ਕੇ ਜਾਂਦੀਆਂ? ऐसा महसूस होता है, बताओ कैसा समय आ गया। मन में कष्ट होता है, बेटियां मुझे उठा रही। ਸਰਕਾਰੀ ਹਸਪਤਾਲਾਂ ਦਾ ਕੋਈ ਫਾਇਦਾ ਹੈ? ਸਾਨੂੰ ਮਿਲਦਾ ਕਦੀ ਆਮ ਇਨਸਾਨ? ਨਹੀਂ, ਮੈਨੂੰ ਨਹੀਂ ਲੱਗਦਾ। ਬਿਕੋਜ਼ ਸਾਨੂੰ ਜਿੱਦਾਂ PGI ਵਾਲਿਆਂ ਨੇ ਕਿਹਾ, ਸਾਡੇ ਨਾਲ ਪੇਸ਼ੈਂਟ ਸੀ, ਉਹਨਾਂ ਨੇ ਅੰਦਰ ਨਹੀਂ ਵੜਨ ਦਿੱਤਾ ਪਹਿਲੀ ਗੱਲ ਸਾਨੂੰ। ਭਾਵਨਾ, ਪਾਪਾ ਨੇ ਦੱਸਿਆ ਸੀ ਕਈ ਵਾਰ ਇਦਾਂ ਹੋ ਜਾਂਦਾ, ਰੋਟੀ ਦੇ ਵੀ ਲਾਲੇ ਪੈ ਜਾਂਦੇ ਨੇ, 10-10 ਦਿਨ ਭੁੱਖੇ ਰਹਿ ਕੇ ਪਾਣੀ ਪੀ ਕੇ ਸਾਰਨਾ ਪੈਂਦਾ। ਹਾਂਜੀ, ਕਿਉਂਕਿ ਹੈ ਹੀ ਨਹੀਂ ਸਾਡੇ ਕੋਲ ਇੰਨਾ। ਭਾਵਨਾ, ਕਿੰਨੀ ਉਮਰ ਹੈ ਤੁਹਾਡੀ? 20 ਸਾਲ। ਤੁਹਾਡੇ ਫਾਦਰ ਨੂੰ ਕੀ ਹੋਇਆ? ਮੇਰੇ ਫਾਦਰ ਦੀ ਕਿਡਨੀ ਡੈਮੇਜ ਹੋਈ ਹੈ ਦੋਨੋਂ ਹੀ, ਤੇ ਟਰਾਂਸਪਲਾਂਟ ਲਈ ਕਿਹਾ ਡਾਕਟਰ ਨੇ। ਇਸ ਕਰਕੇ ਮੈਂ ਆਪਣੇ ਫਾਦਰ ਨੂੰ ਆਪਣੀ ਇੱਕ ਕਿਡਨੀ ਡੋਨੇਟ ਕਰ ਰਹੀ ਹਾਂ। ਕਦੋਂ ਹੋਈ ਹੈ ਕਿਡਨੀਜ਼ ਡੈਮੇਜ? 3 ਜਨਵਰੀ ਤੋਂ ਬਾਅਦ ਮੇਰੇ ਪਾਪਾ ਨੂੰ ਅਟੈਕ ਆਇਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਪਤਾ ਨਹੀਂ ਕੈਸੀਆਂ ਦਵਾਈਆਂ ਦਿੱਤੀਆਂ, ਐਂਟੀਬਾਇਓਟਿਕ ਲਾਈ ਸੀ। ਉਸ ਤੋਂ ਬਾਅਦ ਮਤਲਬ 1 ਈਅਰ ਹੋ ਗਿਆ ਡੈਮੇਜ ਹੋਏ ਨੂੰ, ਤਾਂ ਕਰਕੇ ਹੁਣ ਟਰਾਂਸਪਲਾਂਟ ਕਰਵਾਉਣਾ। ਤੁਸੀਂ
ਇੰਨੀ ਛੋਟੀ ਉਮਰ ਹੈ ਤੁਹਾਡੀ, ਹੈ ਨਾ, ਹਾਲੇ ਪੂਰੀ ਜ਼ਿੰਦਗੀ ਪਈ ਹੈ। ਮਾਂ-ਬਾਪ ਨੂੰ ਤਾਂ ਵੈਸੇ ਧੀਆਂ ਦੇ ਵਿਆਹ ਦੀ ਬਹੁਤ ਚਿੰਤਾ ਹੁੰਦੀ ਹੈ, ਤੁਹਾਡਾ ਵਿਆਹ ਵੀ ਹੋਣਾ ਕੱਲ੍ਹ ਨੂੰ, ਤੇ ਇਹ ਇੰਨਾ ਵੱਡਾ ਡਿਸੀਜਨ ਤੁਸੀਂ ਕਿਵੇਂ ਲਿਆ? ਪਾਪਾ ਬਹੁਤ ਪਰੇਸ਼ਾਨ ਆ, ਮੈਨੂੰ ਦੇਖ ਕੇ ਵੀ ਹੁੰਦਾ ਆ, ਤੁਰ ਫਿਰ ਨਹੀਂ ਸਕਦੇ, ਫੀਲ ਤਾਂ ਹੁੰਦਾ ਹੀ ਆ, 1 ਸਾਲ ਹੋ ਗਿਆ ਬਿਸਤਰ 'ਚ, ਤਾਂ ਕਰਕੇ। ਭਾਵਨਾ, ਪਰਿਵਾਰ ਵਿੱਚ ਹੋਰ ਵੀ ਬਹੁਤ ਸਾਰੇ ਜੀ ਨੇ, ਤੁਹਾਡਾ ਬ੍ਰਦਰ ਹੈ ਨਾ, ਤੁਹਾਡੀ ਵੱਡੀ ਭੈਣ ਹੈ, ਤੁਹਾਡੇ ਮੰਮਾ ਨੇ, ਤੇ ਤੁਸੀਂ ਹੀ ਕਿਉਂ ਦੇ ਰਹੇ ਹੋ? ਮੰਮਾ ਨੂੰ ਤਾਂ ਹਾਈ ਬਲੱਡ ਪ੍ਰੈਸ਼ਰ ਆ, ਨਹੀਂ ਬੀਪੀ, ਨਾਲੇ ਬੀਪੀ ਦੀ ਪ੍ਰੋਬਲਮ ਵੀ ਆ, ਡਾਇਬਟੀਜ਼ ਵੀ ਆ ਮੰਮਾ ਨੂੰ, ਉਹ ਦੇ ਹੀ ਨਹੀਂ ਸਕਦੇ ਬਿਕੋਜ਼ ਫਾਸਟਿੰਗ ਦੀ 500 ਸ਼ੂਗਰ ਆ ਮੰਮਾ ਦੀ। ਤੇ ਜਦੋਂ ਪਾਪਾ ਬਿਮਾਰ ਹੋਏ ਨੇ, ਸਾਰੀ ਜ਼ਿੰਮੇਵਾਰੀਆਂ ਸਿਸਟਰ ਤੇ ਆ ਗਈਆਂ। ਵੱਡੀ ਵਾਲੀ ਤਾਂ ਮੈਰਿਡ ਆ, ਭਰਾ ਜ਼ਿਆਦਾ ਛੋਟਾ, ਤੁਸੀਂ ਦੇਖਿਆ ਹੀ ਹੋਣਾ, ਫੇਸ ਕਰਕੇ ਮੈਂ ਦੇਣੀ ਆ। ਕਹਿੰਦੇ ਕਿ ਆ ਤੁਹਾਡੀ ਸਿਸਟਰ ਖੜੀ ਹੈ ਨਾ, ਹਾਂਜੀ। ਕਹਿੰਦੇ ਕਿ ਜਦੋਂ ਫਾਦਰ ਸਾਹਿਬ ਨੂੰ ਅਟੈਕ ਆਇਆ ਉਦੋਂ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸੀ ਦੂਜੀ ਭੈਣ ਦੀਆਂ। ਹਾਂਜੀ ਹਾਂਜੀ, ਤਾਂ ਹੁਣ ਔਖਾ ਹੋ ਗਿਆ ਨਾ ਬਹੁਤ ਜ਼ਿਆਦਾ, ਵੀ ਕਮਾਉਣ ਵਾਲਾ ਵੀ ਬਿਸਤਰ 'ਚ ਪਿਆ, ਇਸ ਕਰਕੇ ਸਾਰੀ ਜ਼ਿੰਮੇਵਾਰੀਆਂ ਇਹਦੇ ਤੇ ਆ ਗਈਆਂ, ਇਸ ਕਰਕੇ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਫਾਦਰ, ਜਿਨ੍ਹਾਂ ਦੀਆਂ ਦੋਵੇਂ ਕਿਡਨੀਜ਼ ਡੈਮੇਜ ਨੇ, ਹਫਤੇ ਦੇ ਵਿੱਚ 3 ਵਾਰ ਇਹਨਾਂ ਦੇ ਡਾਇਲਿਸਿਸ ਹੁੰਦੇ ਨੇ, ਤੇ ਜੇ ਤੁਸੀਂ ਕਹਿ ਰਹੇ ਹੋ ਕਿ ਕਮਾਉਣ ਵਾਲਾ ਹੀ ਬਿਸਤਰ ਤੇ ਪੈ ਗਿਆ ਹੈ, ਇਹ ਡਾਇਲਿਸਿਸ ਦਾ ਖਰਚਾ, ਦਵਾਈਆਂ ਦਾ ਖਰਚਾ, ਜਾਂ ਜਿਹੜੇ ਇੰਜੈਕਸ਼ਨਸ ਲੱਗਦੇ ਨੇ, ਉਹ ਖਰਚਾ ਕਿੱਥੋਂ ਪੂਰਾ ਹੁੰਦਾ? ਅਸੀਂ ਮੰਗੇ ਆ ਲੋਕਾਂ ਤੋਂ ਪੈਸੇ, ਵਿਆਜ ਤੇ ਲਿੱਤੇ ਆ, ਮੋੜਨੇ ਆ ਉਹਨਾਂ ਨੂੰ। ਪਾਪਾ ਠੀਕ ਹੋ ਜੂਗੇ ਫਿਰ ਆਪੇ ਮੋੜ ਦੇਣਗੇ। ਤੁਹਾਡੀ ਹਲੇ ਪੜ੍ਹਾਈ ਪਈ ਹੈ ਨਾ? ਹਾਂਜੀ। BA ਫਸਟ ਈਅਰ 'ਚ? ਸੈਕਿੰਡ ਈਅਰ 'ਚ। ਸੈਕਿੰਡ ਈਅਰ 'ਚ ਹਲੇ ਫਾਈਨਲ ਕਰਨੀ ਹੈ, ਐਗਜ਼ਾਮਸ ਆਣੇ ਨੇ, ਮਾਸਟਰਸ ਕਰਨੀ ਹੈ, ਕੁਝ ਬਣੋਗੇ, ਹੈ ਨਾ, ਪੜ੍ਹ ਲਿਖ ਕੇ? ਕੀ ਬਣਨਾ ਚਾਹੁੰਦੇ ਹੋ? ਮੈਂ ਲਾਇਰ। ਲਾਇਰ ਬਣਨਾ ਹੈ। ਪੜ੍ਹ ਲਿਖ ਕੇ ਸਾਰੇ ਕਰਜ਼ੇ ਲਾਣੇ ਨੇ। ਹਾਂਜੀ। ਤੇ ਵੱਡੀ ਭੈਣ ਦਾ ਵਿਆਹ ਕੌਣ ਕਰੇਗਾ ਫਿਰ? ਪਾਪਾ ਠੀਕ ਹੋ ਜੂਗੇ ਫਿਰ ਪਾਪਾ ਕਰਵਾਉਗੇ, ਫਿਰ ਬਾਅਦ 'ਚ ਮੈਂ ਆਪਣੀ ਸਟੱਡੀ ਕੰਪਲੀਟ ਕਰਕੇ ਮੈਂ ਵੀ ਕਰਾਂਗੀ। ਫਿਰ ਉਸ ਤੋਂ ਬਾਅਦ ਪਾਪਾ ਕੰਮ ਕੀ ਕਰਦੇ ਸੀ? ਪਾਪਾ ਪੰਟਾਈ ਕਰਦੇ ਆ, ਹੁਣ ਤਾਂ ਬਿਸਤਰ 'ਚ ਹੀ ਨੇ, ਪਹਿਲਾਂ ਪੰਟਾਈ ਕਰਦੇ ਹੁੰਦੇ ਸੀ, ਉਦੋਂ ਸਭ ਵਧੀਆ ਚੱਲ ਰਿਹਾ ਸੀ। ਇੱਕਦਮ ਹੀ ਸਭ, ਜਦੋਂ ਜਿਹੜਾ ਪੈਸਾ ਸੀਗਾ ਸਿਸਟਰ ਦੇ ਵਿਆਹ ਲਈ ਵੀ ਇਕੱਠਾ ਕੀਤਾ, ਪਾਪਾ ਤੇ ਹੀ ਲੱਗ ਗਿਆ ਸਾਰਾ, ਫਿਰ ਔਖਾ ਹੋ ਗਿਆ ਸਾਨੂੰ। 3 ਜਨਵਰੀ ਤੋਂ ਲੈ ਕੇ ਆ ਦਸੰਬਰ ਖਤਮ ਹੋਣ ਵਾਲੀ ਹੈ, ਹਲੇ ਤੱਕ ਬੈੱਡ ਤੇ ਹੀ ਨੇ? ਹਾਂਜੀ, ਸਭ ਇੰਨਾ ਟਾਈਮ ਨਿਕਲ ਗਿਆ, ਤੁਰ ਫਿਰ ਨਹੀਂ ਸਕਦੇ ਬਿਲਕੁਲ ਵੀ, ਚੱਕ ਕੇ ਲੈ ਕੇ ਜਾਂਦੇ ਆਪਾਂ ਪਾਪਾ ਨੂੰ। ਕੌਣ ਚੱਕ ਕੇ ਲੈ ਕੇ ਜਾਂਦਾ? ਮੈਂ ਤੇ ਮੇਰੀ ਸਿਸਟਰ। गोदी में लेके ਇੱਕ ਉਹ ਵੀ ਸਮਾਂ ਹੁੰਦਾ ਹੋਣਾ ਨਾ, ਭਾਵਨਾ, ਯਾਦ ਆਉਂਦਾ ਹੋਣਾ ਜਦੋਂ ਤੁਸੀਂ ਛੋਟੇ ਸੀ, ਪਿਤਾ ਜੀ ਤੁਹਾਨੂੰ ਚੱਕ ਕੇ ਲੈ ਕੇ ਜਾਂਦੇ? ਹਾਂਜੀ ਹਾਂਜੀ, ਬਿਲਕੁਲ। ਆਪਾਂ ਤਾਂ ਕਰਾਂਗੇ, ਹੋਰ ਕੌਣ ਕਰੂਗਾ? ਸਾਡੇ ਫਾਦਰ ਨੇ, ਇਹਨਾਂ ਨੇ ਸਾਡੇ ਲਈ ਕੀਤਾ, ਹੁਣ ਸਾਨੂੰ ਵੀ, ਸਾਡਾ ਵੀ ਹੱਕ ਬਣਦਾ, ਇਸ ਕਰਕੇ। ਲੋਕ ਸਹੀ ਕਹਿੰਦੇ ਨੇ, ਧੀਆਂ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ। सही बात है जी। मेरी बेटी मेरी बेटा है, मैं कह नहीं सकता। इनकी मैं जितनी भी प्रशंसा करूँ कम है। ऐसी बेटी भगवान सब दें। आपने इसको मना नहीं किया था कि तू मैंने तो आज भी मना किया, बेटा मैंने जिंदगी जी के करना क्या है, पर बेटी मानती नहीं है, कोई भी नहीं मानता, क्योंकि कैसी बात कर रहे थे। ये अपनी अखां दे अगे इदां प्यो नूं तड़पदा थोड़ी देख सकदी है। बस ऐसे ही है जी, कैसे कर, जितनी बड़ाई करूँ उतनी कम है, जितनी प्रशंसा करूँ ना उतनी ही कम है। ਇਹੋ ਜਿਹੀ ਔਲਾਦ ਪਰਮਾਤਮਾ ਸਾਰਿਆਂ ਨੂੰ ਦੇਵੇ, ਹੈ ਨਾ? सबको दे। ਹਾਂਜੀ। ਮਤਲਬ ਭਾਵੁਕ ਕਿਉਂ ਹੋ ਰਹੇ ਹੋ ਤੁਸੀਂ? ਤਾਂ ਬਹੁਤ ਸਟਰੋਂਗ ਹੋ, ਤੁਹਾਡੇ ਡਿਸੀਜਨ ਤੋਂ ਪਤਾ ਲੱਗ ਰਿਹਾ ਹੈ ਨਾ, ਬਹੁਤ ਸਟਰੋਂਗ ਹੋ ਤੁਸੀਂ। ਭਾਵੁਕ ਨਹੀਂ ਹੋਣਾ ਕਦੇ ਵੀ, ਹਮੇਸ਼ਾ ਇਦਾਂ ਹੀ ਰਹਿਣਾ। ਬਿਲਕੁਲ ਬਿਲਕੁਲ, ਨਾਲ ਹੀ ਆ ਪਾਪਾ ਦੇ। ਪਾਪਾ ਰੋਕਦੇ ਹੁੰਦੇ ਸੀ ਕਿ ਤੂੰ ਨਾ ਦੇ? ਸਵੇਰੇ ਵੀ ਕਹਿ ਰਹੇ ਸੀਗੇ ਵੀ ਹਾਂਜੀ, ਕਹਿੰਦੇ ਰਹਿਣ ਦੋ, ਵੀ ਮੈਨੂੰ ਕੀ ਲੋੜ ਆ ਜੀਣ ਦੀ, ਹੁਣ ਸਾਡੇ ਲਈ ਵੀ ਤਾਂ ਕੋਈ ਚਾਹੀਦਾ ਹੀ ਆ, ਬਸ ਪਾਪਾ ਠੀਕ ਹੋ ਜਾਣ, ਸਾਨੂੰ ਹੋਰ ਨਹੀਂ ਕੁਝ। ਮੰਮੀ ਵੀ ਰੋ ਰਹੇ ਨੇ? ਪਾਪਾ ਨੂੰ ਨਹੀਂ ਕੋਈ ਰੋਂਦਾ ਦੇਖ ਸਕਦਾ ਨਾ, ਤਾਂ ਕਰਕੇ। ਮੰਮੀ ਰੋ ਲੈਣ, ਕੋਈ ਗੱਲ ਨਹੀਂ। ਨਹੀਂ ਨਹੀਂ, ਕਿਉਂ, ਸਾਡੇ ਲਈ ਦੋਨੇ ਬਰਾਬਰ ਆ। ਸਾਰੇ ਪਰਿਵਾਰ ਦਾ ਇਸ ਵੇਲੇ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਨਾ। ਉਹਨਾਂ ਦੇ ਅੱਗੇ ਰੋਵੋਗੇ ਉਹ ਹੋਰ ਕਮਜ਼ੋਰ ਪੈ ਬਿਲਕੁਲ ਬਿਲਕੁਲ, ਸਹੀ ਗੱਲ ਆ। ਤੁਹਾਡਾ ਬ੍ਰਦਰ ਬਹੁਤ ਛੋਟਾ ਹੈ ਹਲੇ, ਉਹਨੂੰ ਸ਼ਾਇਦ ਇੰਨੀ ਸਮਝ ਨਹੀਂ ਹੋਣੀ ਜ਼ਿੰਮੇਵਾਰੀਆਂ ਦੀ। उड़ा रहा है ऊपर, ਉਹਨੂੰ ਹੈ ਨਹੀਂ, वो तो पतंग उड़ा रहा है ऊपर। ਛੋਟਾ है ना अभी वो। हाँ, उसको कोई वो नहीं है, यही है बेटियां जिम्मेदार, इनके ही पीछे चल रही है सारी गाड़ी। ये मैं भेजता हूँ, बेटा उसके पास जाओ, उससे कहना वो कुछ मदद करेगा, या हमारा कोई रिश्तेदार है उससे पैसा ब्याज पे पहले लिया था 50,000, 1 लाख रुपया एक अपनी बुआ के लड़के से लिया था, वो सब पैसा लग गया। कुछ जजमानों से मंगा लेते हैं, ऐसे ही ब्याज पे लिया हुआ है 2% पे। ਅੱਛਾ, 2% ਵਿਆਜ ਤੇ ਪੈਸੇ ਲਏ ਹੋਏ ਨੇ। ਮਾਪਨਾ ਤੁਸੀਂ ਬੇਸਿਕਲੀ ਕਿੱਥੇ ਦੇ ਹੋ? ਮੈਂ ਉੱਦਾਂ ਰਹਿੰਦੀ, ਮੇਰਾ ਜਨਮ ਇੱਥੇ ਦਾ ਹੀ ਆ,
ਬਟ ਅਸੀਂ ਮਥੁਰਾ ਤੋਂ ਹਾਂ। मैं सन 80 में यहाँ आया था, अच्छा जी, लुधियाना में। अच्छा जी, मैं पूजा पाठ कर्मकांड ज्योतिष वगैरह सब कुछ करता था। अच्छा जी। मैंने आचार्य किया हुआ है, शास्त्री भी, संस्कृत से, व्याकरण से, सब कार काम करता था। पूजा पाठ सब ठीक चलता था, कोई ऐसी बात नहीं थी। बस 1 साल से सब बर उसमें लग गया, हॉस्पिटलों में ही लग गया सारा कुछ। जो भी कुछ है अब कुछ नहीं है, बस परेशानी परेशानी। आप फर्स्ट फ्लोर पे रहते हो, सीढ़ियाँ उतर के नीचे जाना पड़ता होगा जब हॉस्पिटल जाना है गोदी तो। में ले जाती हैं ऐसे उठा के, दोनों बहनें हाथ पे बिठा के, फिर पौड़ियाँ नीचे उतारती। चल नहीं सकता बिल्कुल भी। ਕੀ ਅਹਿਸਾਸ ਕਰਦੇ ਹੋ ਉਸ ਵੇਲੇ, ਕੀ ਮਨ ਦੇ ਵਿੱਚ ਆਉਂਦਾ ਜਦੋਂ ਬੱਚੀਆਂ ਚੁੱਕ ਕੇ ਲੈ ਕੇ ਜਾਂਦੀਆਂ? ऐसा महसूस होता है, बताओ कैसा समय आ गया। मन में कष्ट होता है, बेटियां मुझे उठा रही, जबकि मेरा फर्ज है बेटियों को सहारा देना, इनका वक्त है। अब मेरी उम्र है, मैं क्या कर सकता हूँ, मजबूर हूँ। पराधीन सपने सुख नहीं। पराधीनता ऐसे इस चीज़, आदमी पराधीन हो जाता उसको स्वप्न में भी सुख नहीं मिलता। ऐसा समय आ गया। ये बेटियां नहीं हैं, मेरे बेटे हैं। मैं ये सोच के इनके ऊपर मैं बैठ जाता हूँ, ये ले जाते हैं मुझे गोदी में उठा के कि ये मेरे बेटे हैं। मैंने बेटियों को जन्म नहीं दिया, बेटा से बहुत बढ़ के। ਭਾਵਨਾ ਕੱਲ ਨੂੰ ਜਦੋਂ ਕਿਡਨੀ ਟ੍ਰਾਂਸਪਲਾਂਟ ਕਰਵਾਉਣਾ ਹੈ ਤਾਂ ਖਰਚਾ ਬਹੁਤ ਹੁੰਦਾ ਹੈ ਤੇ ਉਹ ਵੀ ਵਿਆਜ ਤੇ ਫੜ ਕੇ ਲਿੱਤੇ ਹੋਏ ਆ, ਜਿਹੜੇ ਸਾਡੇ ਕੋਲ 2.5 ਲੱਖ ਰੁਪਏ ਸੀਗੇ, 1 ਲੱਖ ਰੁਪਇਆ ਸਾਡੇ ਇਲਾਜ 'ਚ ਲੱਗ ਗਿਆ ਤੇ ਬਾਕੀ ਸਾਡੇ ਕੋਲ ਜਿਹੜਾ ਬਚਿਆ ਉਹ ਆ ਹੁਣ ਮੰਗਣੇ ਆ ਲੋਕਾਂ ਤੋਂ, ਹੋਰ ਕੀ ਕਰਾਂਗੇ। ਪਾਪਾ ਨੂੰ ਤਾਂ ਠੀਕ ਕਰਵਾਉਣਾ ਹੀ ਆ, ਹੁਣ ਜਿੱਦਾਂ ਮਰਜ਼ੀ ਕਰਕੇ ਕਰਨਾ ਹੀ ਆ। एनजीओ वाले कह रहे थे हम दे देंगे, हाँ जी, एनजीओ वाले कह रहे थे हम देंगे आपको, उन्होंने ही भेजा होगा एनजीओ वालों ने। और जिसने तो कह रहे थे हम करेंगे, आपकी मदद करेंगे। देखो ये इनका संपर्क ही है, बेटी का ही है। वो ਕੋਈ इसके ਐਨਜੀਓ साथ- ਮਦਦ ਕਰ ਰਿਹਾ ਤੁਹਾਡੀ? ਹਾਂਜੀ, ਕੌਣ ਨੇ? ਉਹ ਜਤਿਨ ਵੀਰੇ ਨੇ, ਨਾਲੇ ਇੱਕ ਨਰੇਸ਼ ਅੰਕਲ ਵੀ ਆ। ਉਹਨਾਂ ਨੇ ਮਤਲਬ ਸਾਨੂੰ ਹੈਲਪ ਲਈ ਕਿਹਾ ਹੈ, ਠੀਕ ਹੈ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ ਜਿੰਨਾ ਉਹਨਾਂ ਕੋਲ ਹੋਏ ਵੀ। ਉਹਨਾਂ ਨੇ ਕਿਹਾ ਉਹ ਕਰੂਗੇ ਹੈਲਪ ਸਾਡੀ। ਬਾਕੀ ਜਿਹੜੇ ਆਪ ਪੈਸੇ ਤੁਸੀਂ ਇਕੱਠੇ ਕੀਤੇ ਹੋਏ, ਹਾਂਜੀ, ਖਰਚਾ ਬਹੁਤ ਲੰਬਾ ਚੱਲਦਾ ਹੈ। ਹਸਪਤਾਲਾਂ ਦੇ ਬਿੱਲ ਜਿਹੜੇ ਨੇ ਉਹ ਰੋਜ਼ ਦੇ ਏਡੇ ਜ਼ਿਆਦਾ, ਫਿਰ ਅੱਗੇ ਜਦੋਂ ਪਾਪਾ ਨੇ ਆਪਰੇਸ਼ਨ ਕਰਵਾ ਕੇ ਘਰੇ ਆ नंबर तो ਜਾਣਾ गया था पीजीआई में चंडीगढ़। और वो पता नहीं कितना लटकाएंगे, कै महीने, 3 महीने 4 महीने, जब तक लटकाएंगे तब तक क्या होगा क्या नहीं होगा। अभी वो इतना खर्चा है, वहाँ जाके गाड़ी लेके जाओ, ऐसे तो जा नहीं सकता बिना गाड़ी लेकर के। 3,500 गाड़ी वाला लेता है। तो वो कह रहे थे तुमको आना पड़ेगा 25-30 बार। पीजीआई वाले कह रहे थे। पीजीआई वाले कह रहे थे। वन नंबर हमने कहा था हमको एडमिट कर लो तुम यहाँ हमारा इलाज करो। वन के यहाँ एडमिट करने का क्या फ़ायदा है, 25-30 बार तुमको आना पड़ेगा यहाँ। तो 25-30 बार में तो कितना हालत ही नहीं है। कितना 3 हज़ार रुपया गाड़ी का भी मानो, और फिर ऊपर के खर्चे जो भी है वो लगा। ਭਾਵਨਾ ਸਾਡੇ ਦੇਸ਼ ਦਾ ਤੁਸੀਂ ਹਾਲਾਤ ਦੇਖੇ ਨੇ, ਸਾਡਾ ਐਜੂਕੇਸ਼ਨ ਸਿਸਟਮ ਜਾਂ ਹੈਲਥ ਸਿਸਟਮ, ਸਰਕਾਰੀ ਹਸਪਤਾਲਾਂ ਦਾ ਕੋਈ ਫਾਇਦਾ ਹੈ ਸਾਨੂੰ, ਮਿਲਦਾ ਕਦੀ ਆਮ ਇਨਸਾਨ ਨੂੰ? ਨਹੀਂ ਮੈਨੂੰ ਨਹੀਂ ਲੱਗਦਾ। ਬਿਕੋਜ਼ ਸਾਨੂੰ ਜਿੱਦਾਂ ਪੀਜੀਆਈ ਵਾਲਿਆਂ ਨੇ ਕਿਹਾ, ਸਾਡੇ ਨਾਲ ਪੇਸ਼ੈਂਟ ਸੀ, ਉਹਨਾਂ ਨੇ ਅੰਦਰ ਨਹੀਂ ਵੜਨ ਦਿੱਤਾ। ਪਹਿਲੀ ਗੱਲ ਸਾਨੂੰ ਦੇਖਣੇ ਚਾਹੀਦਾ ਵੀ ਉਹਨਾਂ ਨੂੰ ਪੇਸ਼ੈਂਟ ਵੀਲਚੇਅਰ ਤੇ ਆ ਤੇ ਅੰਦਰ ਤਾਂ ਜਾਣ ਦਿਓ। ਤੁਸੀਂ 4 ਜਗ੍ਹਾ ਤੁਸੀਂ ਰੋਕ ਕੇ ਪੁੱਛ ਰਹੇ ਹੋ, ਪੂਰੀ ਡਿਟੇਲ ਲੈ ਰਹੇ ਹੋ, ਇਹ ਮੈਨੂੰ ਲੱਗਦਾ ਵੀ ਸਾਡੀ ਕੋਈ ਹੈਲਪ ਕਰਦੇ ਆ। ਸਰਕਾਰੀ ਹਸਪਤਾਲ ਨਹੀਂ, ਬਿਲਕੁਲ ਵੀ ਨਹੀਂ। ਨਾਲੇ ਅਸੀਂ ਕਿਹਾ ਵੀ ਐਡਮਿਟ ਕਰ ਲਓ, ਉੱਤੋਂ ਉਖੜ ਕੇ ਗੱਲ ਕਰਦੇ, ਸਾਨੂੰ ਕਹਿੰਦੇ ਚਲੋ ਨਿਕਲੋ। ਨਹੀਂ, ਰਵੱਈਆ ਹੈ ਨਹੀਂ ਉਹਨਾਂ ਦਾ ਵਧੀਆ। ਹਸਪੀਟਲ 'ਚ ਡਾਕਟਰਸ ਵੀ ਵਧੀਆ ਨਹੀਂ ਆ। ਇੱਕ ਡਾਕਟਰ ਨੇ ਤਾਂ ਦੇਖਿਆ ਹੀ ਨਹੀਂ, ਮੰਨਿਆ ਵੀ ਤੁਸੀਂ ਨਹੀਂ ਬੁਲਾਇਆ, ਅਪਾਇੰਟਮੈਂਟ ਨਹੀਂ ਹੈਗੀ, ਸਾਨੂੰ ਪਤਾ ਸਾਡਾ ਪੇਸ਼ੈਂਟ ਜ਼ਿਆਦਾ ਬਿਮਾਰ ਆ, ਅਸੀਂ ਲੈ ਗਏ, ਠੀਕ ਆ। ਤੇ ਡਾਕਟਰ ਨੇ ਤਾਂ ਪਹਿਲਾਂ ਹੀ ਕਹਿਤਾ ਮੈਂ ਨਹੀਂ ਦੇਖਣਾ, ਕਿਸੇ ਹੋਰ ਕੇ ਉਹ ਦੂਸਰੇ ਡਾਕਟਰ ਕੇ ਪਾਸ ਲੈ ਜਾਓ। ਅਸੀਂ ਦੂਜੇ ਡਾਕਟਰ ਕੋਲ ਲੈ ਗਏ, ਉਹ ਕਹਿੰਦਾ ਵੀ 2-4 ਗੱਲਾਂ ਕਹਿ ਕੇ ਵੀ ਤੁਸੀਂ ਆਪਣਾ ਇਹ ਕਰੋ ਉਹ ਕਰੋ ਤੇ ਜਾਓ, ਤੁਹਾਨੂੰ 25 ਚੱਕਰ ਲਗਾਣੇ ਪੈਣੇ ਆ, ਇੰਨਾ ਪੈਸਾ तुम्हारे पास होना चाहिए, अब तुम जाओ निकलो यहाँ से। ਡਾਕਟਰ ਨੇ ਸਾਨੂੰ ਇੱਦਾਂ ਕਿਹਾ। ਉਦੋਂ ਕੀ ਹਾਲਤ ਸੀ ਤੁਹਾਡੇ ਪਾਪਾ ਦੀ? बहुत ਸਾਹ ਫੁੱਲ ਰਿਹਾ ਸੀ ਪਾਪਾ ਦਾ। ਫਿਰ ਵੀ ਆਪਾਂ ਰਿਕਵੈਸਟ ਕੀਤੀ ਡਾਕਟਰ ਨੂੰ, ਕਹਿੰਦਾ ਮੈਂ ਰਿਕਵੈਸਟ ਬੇਸ ਤੇ ਤੁਹਾਨੂੰ ਦੇਖ ਲੈਣਾ, ਬਾਕੀ ਅੱਗੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਆ। ਅੱਛਾ, ਉਹਨਾਂ ਦਾ ਹੈ ਨਹੀਂ। ਮੈਨੂੰ ਸਾਨੂੰ ਨਹੀਂ ਲੱਗਦਾ ਵੀ ਸਰਕਾਰੀ ਹਸਪਤਾਲਾਂ ਦਾ ਸਾਨੂੰ ਕੋਈ ਫਾਇਦਾ ਹੈ। ਬਹੁਤ ਲੰਬਾ ਖਿੱਚਦੇ ਨੇ ਕੰਮ ਨੂੰ,
बट सानू तो वो देखना चाहते होना तो उस चाहिए। दिन मुझे, मेरी इतनी हालत ख़राब थी कि मुझे एडमिट कर लेते, मेरी सांस फूल रही थी, या कुछ करते, वहाँ डायलिसिस कर देते मेरा को, तो थोड़ा सा कुछ लाभ, कुछ नहीं किया उन्होंने। मैं बहुत मुश्किल से यहाँ पर आ पहुँचा हूँ लुधियाना वापसी। फिर आते ही मुझे डायलिसिस पे तुरंत जाना पड़ा, इतनी मेरी हालत ख़राब हो गई थी, सांस नहीं आए मुझको। ਤੁਹਾਨੂੰ ਮਾਣ ਹੁੰਦਾ ਆਪਣੀ ਕੁੜੀਆਂ ਤੇ? हाँ जी बहुत। ਇਹ ਤੁਹਾਨੂੰ ਹਿੰਮਤ ਦਿੰਦੀਆਂ ਨੇ ਕਿ ਤੁਸੀਂ ਇਹਨਾਂ ਨੂੰ ਹਿੰਮਤ ਦਿੰਦੇ ਹੋ? यही देती हैं हमको तो हिम्मत। ਅੱਛਾ, हाँ जी, हमारे में हिम्मत नहीं है। क्यों नहीं है हिम्मत? आपने जन्म दिया इनको, आपकी बेटियां, आप में ज्यादा हिम्मत होनी चाहिए। ਹਿੰਮਤ ਰੱਖੋ, ਹੌਸਲਾ ਰੱਖੋ। ਪਰਮਾਤਮਾ ਨੇ ਇੰਨੇ ਲਾਇਕ ਬੱਚੇ ਤੁਹਾਨੂੰ ਦਿੱਤੇ ਨੇ, ਇੰਨੀਆਂ ਲਾਇਕ ਧੀਆਂ ਦਿੱਤੀਆਂ ਨੇ, ਇਹਨਾਂ ਨੇ ਸਭ ਠੀਕ ਕਰ ਦੇਣਾ। मम्मी ਇਹ ਅਕਸਰ ਹੁੰਦਾ ਹੋਣਾ ਮੈਨੂੰ ਲੱਗਦਾ ਘਰੇ ਪਾਪਾ ਨੂੰ ਦੇਖ ਕੇ, ਹੈ ਨਾ? हाँ जी, ਤੇ ਕੀ ਕਹਿ ਕੇ ਸਮਝਾਉਂਦੇ ਹੁੰਦੇ ਹੋ? यही कहने सब ठीक हो जाऊगा, भगवान हैगा। इसकी बहुत आस्था है, शनि महाराज में विश्वास रखती है, शनिवार के व्रत रखती है, बहुत पाठ पूजा करने वाली सबसे ज़्यादा यही है, बहुत विश्वास है इसको। कहते सब ठीक हो जाएगा, चिंता मत करो, किसी बात की कोई कमी नहीं रहेगी, सब तो ठीक। आपको भगवान से ज़्यादा विश्वास अपनी बच्चियों पे होगा? विश्वास है बहुत, ये इतना करती हैं, इतना विश्वास नहीं हुआ मुझे तो सब पे, परमात्मा पे बहुत विश्वास है, मेरी बेटियों पे विश्वास है, यही कर रही हैं, कौन कर रहा है? 1 साल से गाड़ी चला रही हैं, कैसे चल रही है, कैसे नहीं चला रही, यही इनकी हिम्मत है। ਭਾਵਨਾ, ਪਾਪਾ ਨੇ ਦੱਸਿਆ ਸੀ ਕਈ ਵਾਰ ਇਦਾਂ ਹੋ ਜਾਂਦਾ ਰੋਟੀ ਦੇ ਵੀ ਲਾਲੇ ਪੈ ਜਾਂਦੇ ਨੇ, 10-10 ਦਿਨ ਭੁੱਖੇ ਰਹਿ ਕੇ ਪਾਣੀ ਪੀ ਪੀ ਕੇ ਸਾਰਨਾ ਪੈਂਦਾ ਹੈ। हाँ जी, क्योंकि है ही नहीं साढ़े कोल इन्ना पैसा, जिन्ना होगा वो तो डायलिसिस से लग जाता। कभी कहीं से आता है, कभी नहीं आता पैसा, कोई देता कभी नहीं देता, आ जाएगा कल आएगा, आ जाएगा, बड़ी मिन्नत कर कर के लोगों से पैसा ले रहे हैं। ਕਦੀ ਸੋਚਿਆ ਨਹੀਂ ਹੋਣਾ, ਹੈ ਨਾ, ਕਿ ਰੋਟੀ ਤੋਂ ਵੀ ਔਖੇ ਹੋਵਾਂਗੇ। कदे सोचा ही नहीं सी भी ਇਹੋ ਜਿਹਾ टाइम भी आऊगा, सोचते थोड़ा होता, देखो क्या किस्मत ही ऐसी होंदी है। ਠੀਕ ਹੈ, ਹੁਣ ਸਾਨੂੰ ਉਮੀਦ ਹੈ ਕਿ ਤੁਸੀਂ ਆਪਣੀ ਕਿਸਮਤ, ਆਪਣੇ ਪਰਿਵਾਰ ਦੀ ਕਿਸਮਤ ਆਪ ਲਿਖੋਗੇ, ਇਸੇ ਹਿੰਮਤ ਦੇ ਨਾਲ। बिल्कुल, मैं तो पूरी कोशिश करूँगी वधिया इसने पढ़ तो के। नौकरी भी की है 2-3 बार जाके, 5-5 6-6 दिन। मैं कहता हूँ बेटा तू चली जाती है तो मेरी मुश्किल हो जाती है, अब ये अकेली मुझे उठा नहीं सकती, वो नहीं कर सकती। मैंने कहा अभी रुक जा, मुझे ठीक हो जाने दे, फिर नौकरी कर। मैंने इसको हटा दिया, LIC में लग गई थी ये, तो 15,000 रुपया महीना, फिर मैंने हटा दिया। मैंने कही ये अकेली उठा नहीं सकती मुझको, तेरे बगैर ये उठाती है, ये ले जाते हैं दोनों जनी, उठा के नीचे ले जाना, कहीं डायलिसिस पे ले जाना, तो इसके बगैर काम नहीं बनता। इसीलिए मैंने कहा अभी रुक जा, मुझे थोड़ा ठीक हो जाने फिर जाना। ਪੁੱਤ ਜ਼ਮੀਨਾਂ ਵੰਡਾਉਂਦੇ ਨੇ ਦੁੱਖ ਨਹੀਂ, ਅਜਿਹਾ ਕਹਿਣਾ ਤਾਂ ਸ਼ਾਇਦ ਠੀਕ ਨਹੀਂ ਹੋਵੇਗਾ, ਪਰ ਇਹ ਕਹਿੰਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਧੀਆਂ ਦੁੱਖ ਜ਼ਰੂਰ ਵੰਡਾਉਂਦੀਆਂ ਨੇ। ਆਪਣੇ ਪਿਤਾ ਨੂੰ ਦੁੱਖ ਵਿੱਚ ਦੇਖ ਕੇ ਇਹ ਛੋਟੀ ਜਿਹੀ ਉਮਰ ਦੀ ਧੀ ਆਪਣੇ ਆਪ ਨੂੰ ਰੋਕ ਨਹੀਂ ਪਾਈ। ਇਹ ਆਪਣੇ ਪਿਤਾ ਨੂੰ ਕਿਡਨੀ ਦੇ ਕੇ ਆਪਣੇ ਪਿਤਾ ਦੀ ਉਮਰ ਲੰਬੀ ਕਰਨ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਬੱਚਿਆਂ ਦੇ ਲਈ ਇੱਕ ਵੱਡੀ ਮਿਸਾਲ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ। ਕੈਮਰਾਮੈਨ ਕਮਲ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।